गुड मॉर्निंग। ਅੱਜ ਆਪਾਂ ਨੈਕਸਟ ਥਿਊਰੀ ਪੜਾਂਗੇ ਹਰਜ਼ਬਰਗ ਮੋਟੀਵੇਸ਼ਨ ਹਾਈਜੀਨ ਥਿਊਰੀ। ਠੀਕ ਹੈ, ਇਹਦੇ ਵਿੱਚ ਹਰਜ਼ਬਰਗ ਨੇ ਕੀ ਕੀਤਾ ਸੀ? ਸਭ ਤੋਂ ਪਹਿਲਾਂ ਇਹਦੀ ਆਪਾਂ ਥਿਊਰੀ ਪੜ੍ਹਦੇ ਹਾਂ ਕਿ ਇਸਨੇ ਕਿਵੇਂ ਥਿਊਰੀ ਆਪਣੀ ਡਿਵੈਲਪ ਕੀਤੀ ਸੀ। ਇਸਨੇ ਕੀ ਕੀਤਾ ਸੀਗਾ, 200 ਇੰਜੀਨੀਅਰਸ ਤੇ ਅਕਾਊਂਟੈਂਟਸ ਜਿਹੜੇ ਉਹਦੇ ਫਰਮ ਦੇ ਵਿੱਚ ਇੰਪਲੋਇਡ ਸੀਗੇ, ਉਹਨਾਂ ਨੂੰ ਪੁੱਛਿਆ ਕਿ ਤੁਸੀਂ ਉਹ ਚੀਜ਼ਾਂ ਦੱਸੋ ਤੁਹਾਨੂੰ ਕੀ ਫੈਕਟਰਸ ਕੰਪਨੀ ਦੇ ਵਿੱਚ ਅੱਛੇ ਲੱਗਦੇ ਹੈ, ਕੀ ਫੈਕਟਰਸ ਤੁਹਾਨੂੰ ਕੰਪਨੀ ਦੇ ਵਿੱਚ ਅੱਛੇ ਨਹੀਂ ਲੱਗਦੇ। ठीक है, बेसिक उसने एक कंडीशनस रखियाँ उन्होंने कि तुसी मैनू ये चीज़ दसो। ठीक है, फिर हाइजीन उन्होंने कैलकुलेट करके हर्जबर्ग ने दो थ्योरीज बनाई उन्हें। केड़ी थ्योरी बनाई? हाइजीन फैक्टर तो मोटिवेटिंग फैक्टर, दो थ्योरीज बनाई। हाइजीन फैक्टर मोटिवेट नहीं करती इंप्लॉय नू, बट ओदी प्रेजेंस अगर ਉਹਦੀ ਪ੍ਰੈਜ਼ੈਂਸ ਹੁੰਦੀ ਹੈ ਤਾਂ ਸੈਟਿਸਫੈਕਸ਼ਨ ਪ੍ਰੋਵਾਈਡ ਕਰਦੀ ਹੈ। ਅਗਰ ਉਹਦੀ ਨਹੀਂ, ਅਗਰ ਉਹ ਐਬਸੈਂਸ ਹੁੰਦੀ ਹੈ ਤਾਂ ਉਹ ਡਿਸਸੈਟਿਸਫਾਈ ਕ੍ਰੀਏਟ ਕਰ ਦਿੰਦੀ ਹੈ ਉਹਨਾਂ ਦੇ ਵਿੱਚ, ਉਹਨਾਂ ਨੂੰ। ਪਰ ਇਹਦਾ ਮੇਨ ਕੀ ਹੈ? ਡਜ਼ ਨਾਟ ਮੋਟੀਵੇਟ ਇੰਪਲੋਇਜ਼। ਹਾਈਜੀਨ ਫੈਕਟਰਸ ਡਜ਼ ਨਾਟ ਮੋਟੀਵੇਟ ਇੰਪਲੋਇਜ਼। ਠੀਕ ਹੈ, ਮੋਟੀਵੇਟਿੰਗ ਫੈਕਟਰਸ ਕੀ ਹੁੰਦੇ ਨੇ? ਉਹ ਮੋਟੀਵੇਸ਼ਨ ਲੈ ਕੇ ਆਉਂਦੇ ਆ, ਸਟਰੋਂਗ ਮੋਟੀਵੇਸ਼ਨ, ਜੋਬ ਸੈਟਿਸਫੈਕਸ਼ਨ ਮਿਲਦੀ ਹੈ। ਬਟ ਅਗਰ ਇਹਨਾਂ ਦੀ ਐਬਸੈਂਸ ਹੁੰਦੀ ਹੈ ਤਾਂ ਉਹਨਾਂ ਨੂੰ ਡਿਸਸੈਟਿਸਫੈਕਸ਼ਨ ਨਹੀਂ ਹੁੰਦੀ। ਇਹ ਮੇਨ ਰੀਜ਼ਨਸ ਨੇ, ਇਹਨਾਂ ਦਾ ਡਿਫਰੈਂਸੀਏਸ਼ਨਸ ਹੈ, ਇਹ ਤੁਹਾਨੂੰ ਯਾਦ ਕਰਨੇ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਹਾਈਜੀਨ ਫੈਕਟਰ ਕਿਹੜੇ ਕਿਹੜੇ ਹੁੰਦੇ ਨੇ? ਹਾਈਜੀਨ ਫੈਕਟਰ ਕੀ ਹੋ ਗਿਆ ਕਿ ਅਗਰ ਇਹ ਪ੍ਰੈਜ਼ੈਂਟ ਹੋਣ, ਠੀਕ ਹੈ, ਇਹਨਾਂ ਨਾਲ ਕੋਈ ਆਪਾਂ ਨੂੰ ਸੈਟਿਸਫੈਕਸ਼ਨ ਨਹੀਂ ਮਿਲਦੀ, ਬਟ ਅਗਰ ਇਹ ਨਾ ਪ੍ਰੈਜ਼ੈਂਟ ਹੋਣ ਆਪਾਂ ਨੂੰ ਡਿਸਸੈਟਿਸਫੈਕਸ਼ਨ ਜ਼ਰੂਰ ਮਿਲ ਜਾਂਦੀਆਂ ਨੇ। ਜਿੱਦਾਂ ਕੁਝ ਫੈਕਟਰਸ ਲਗਾ ਲਓ ਤੁਸੀਂ, है ना, अपने भी ਜਿਹੜੇ ਫੈਕਟਰਸ ਹੁੰਦੇ ਜਿਵੇਂ ਕੰਪਨੀ ਪੋਲਿਸੀ ਐਡਮਿਨਿਸਟ੍ਰੇਸ਼ਨ, ਟੈਕਨੀਕਲ ਇਨਸਪੈਕਸ਼ਨ, ਮਿਊਚੁਅਲ ਪਰਸਨਲ ਰਿਲੇਸ਼ਨਸ਼ਿਪ ਵਿਦ ਇੰਸਪੈਕਟਰ, ਮਿਊਚੁਅਲ ਰਿਲੇਸ਼ਨ। ਸਪੋਜ਼ ਆਪਾਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੇ ਹਾਂ, ਤੁਸੀਂ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਹੋ, ਠੀਕ ਹੈ, ਤੁਹਾਡੇ ਇੰਟਰਪਰਸਨਲ ਰਿਲੇਸ਼ਨਸ਼ਿਪ ਨਹੀਂ ਅੱਛੇ, ਤੁਹਾਨੂੰ ਸੈਲਰੀ ਨਹੀਂ ਟਾਈਮ 'ਤੇ ਮਿਲ ਰਹੀ, ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਕੋਈ ਫੈਨ ਨਹੀਂ ਹੈ, ਕੋਈ ਵਰਕਿੰਗ ਕੰਡੀਸ਼ਨਸ ਨਹੀਂ ਅੱਛੀਆਂ, ਤੁਹਾਡੀ ਜੋਬ ਸਿਕਿਉਰਿਟੀ ਨਹੀਂ ਹੈ, ਤੁਹਾਨੂੰ ਰੈਮਨਰੇਸ਼ਨ ਪ੍ਰੋਪਰਲੀ ਨਹੀਂ ਮਿਲ ਰਹੀ, ਤੁਹਾਡਾ ਸਬਆਰਡੀਨੇਟ ਨਾਲ, ਸੁਪੀਰੀਅਰ ਨਾਲ ਤੁਹਾਡਾ ਰਿਲੇਸ਼ਨਸ਼ਿਪ ਨਹੀਂ ਅੱਛਾ, ਤਾਂ ਇਹਦੇ ਨਾਲ ਕੀ ਹੋ ਜਾਏਗਾ? ਇੰਪਲੋਏ ਹੈ, ਉਹ ਇੰਪਲੋਏ ਕੰਮ ਨਹੀਂ ਕਰਨਾ ਚਾਹੇਗਾ, ਉਹ ਉਸ ਆਰਗੇਨਾਈਜੇਸ਼ਨ ਦੇ ਵਿੱਚ ਜਲਦੀ ਤੋਂ ਜਲਦੀ ਚਲਾ ਜਾਏ। ਠੀਕ ਹੈ, ਸੈਲਰੀ ਨਹੀਂ ਅੱਛੀ ਦੇ ਰਹੇ, ਪਰ ਜਦੋਂ ਆਪਾਂ ਨੂੰ ਇਹ ਚੀਜ਼ਾਂ ਪ੍ਰੋਪਰਲੀ ਮਿਲਣਗੀਆਂ, है ना, अपना अच्छे रिलेशनस होंगे, अपन इन्वायरमेंट अच्छा मिलेगा। ठीक है, ये अपन सैटिस्फैक्शन देनगियाँ, मोटिवेट नहीं करनगियाँ, बट अपन सैटिस्फैक्शन देणगे कि आप लॉन्ग टर्म ਲਈ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਆਪਾਂ ਜੁੜੇ ਰਵਾਂਗੇ, ਕਿ ਆਪਾਂ ਆਰਗੇਨਾਈਜੇਸ਼ਨ ਦੇ ਨਾਲ ਕੰਮ ਕਰਾਂਗੇ। ਇਹ ਫੈਕਟਰਸ ਇਸਦੇ ਜੋ ਹਾਈਜੀਨ ਫੈਕਟਰ ਸੀਗੇ, ਹਾਈਜੀਨ ਫੈਕਟਰਸ ਆਪਾਂ ਨੂੰ ਮੋਟੀਵੇਟ ਨਹੀਂ ਕਰਦੇ, ਬਟ ਆਪਾਂ ਨੂੰ ਸੈਟਿਸਫੈਕਸ਼ਨ ਪ੍ਰੋਵਾਈਡ ਕਰਦੇ ਨੇ। ਠੀਕ ਹੈ, ਮੇਨ ਇਹਦੀ ਲਾਈਨ ਇਹੀ ਹੈ, it does not provide us it does not motivate us, but it provides satisfaction। ठीक है, जिदा अपना स्टेटस हो गया, इन्वायरमेंट कंडीशंस, पर्सनल लाइफ अपन हो गए। ठीक है, कुछ फैक्टर्स दे रखे हैं दोनों। दीज फैक्टर्स रिलेट टू कंडीशंस अंडर विच द जॉब इज़ परफॉर्म्ड, कि एक कंडीशंस के अंडर आप जॉब ਨੂੰ परफॉर्म करते हैं। ਇਹ ਆਪਣੇ ਕੋਈ ਗਰੋਥ ਨਹੀਂ ਲੈ ਕੇ ਆਉਂਦੇ ਵਰਕਰ ਦੇ ਵਿੱਚ, ਬਟ ਉਹਦੀ ਅਗਰ ਗਰੋਥ ਹੋਣ ਵਾਲੀ ਹੁੰਦੀ ਹੈ, ਇਹ ਉਸਨੂੰ ਸਟੋਪ ਕਰ ਦਿੰਦੇ ਨੇ। ਠੀਕ ਹੈ, ਤਾਂ ਇਹ ਮੇਨਟੇਨ ਨੈਸੈਸਰੀ ਹੋ ਜਾਂਦਾ ਕਿ ਇੱਕ ਇੰਪਲੋਇਰ ਨੂੰ, ਸੁਪੀਰੀਅਰ ਨੂੰ ਇਹ ਮੇਨਟੇਨ ਕਰਨੇ ਆਪਣੇ ਮੈਨੇਜਮੈਂਟ ਨੂੰ ਬਹੁਤ ਜ਼ਰੂਰੀ ਹੁੰਦੇ ਨੇ ਫੈਕਟਰਸ। ਮੋਟੀਵੇਸ਼ਨਲ ਫੈਕਟਰਸ ਔਨ ਦੀ ਅਦਰ ਹੈਂਡ, ਮਤਲਬ ਇਹ ਕਿਹੜੇ ਹੁੰਦੇ ਨੇ? ਜਿਨ੍ਹਾਂ ਵਿੱਚ ਹਾਈ ਡਿਗਰੀ ਆਫ ਮੋਟੀਵੇਸ਼ਨ ਆਪਾਂ ਨੂੰ ਮਿਲਦੀ ਹੈ, ਜੋਬ ਸੈਟਿਸਫੈਕਸ਼ਨ ਇੰਪਲੋਈ ਦੀ ਮਿਲਦੀ ਹੈ। ਠੀਕ ਹੈ, ਬਟ ਇਹਦੇ ਵਿੱਚ ਕੁਝ ਅਗਰ ਡਿਕਰੀਜ਼ ਹੁੰਦਾ ਨਾ, ਤਾਂ ਇਹਦੇ ਵਿੱਚ ਆਪਣੀ ਸੈਟਿਸਫੈਕਸ਼ਨ ਇੰਪਲੋਈ ਦੀ ਨਹੀਂ ਘਟਦੀ। ਠੀਕ ਹੈ, ਜਿਵੇਂ ਕਿਹੜੇ ਅਚੀਵਮੈਂਟ, ਇਨੋਵੇਟਿੰਗ ਪ੍ਰੋਜੈਕਟਸ ਹੋ ਗਏ, ਅਪੋਰਚੁਨਿਟੀਜ਼ ਮਿਲਦੀਆਂ ਨੇ ਆਪਾਂ ਨੂੰ ਗਰੋਥ ਕਰਨ ਦੀਆਂ, ਉਹਨਾਂ ਨੂੰ ਰਿਕਗਨੀਸ਼ਨ ਮਿਲਦੀ ਹੈ, ਉਹਨਾਂ ਨੂੰ ਆਰਗੇਨਾਈਜੇਸ਼ਨ ਦੇ ਵਿੱਚ ਜਾਣਿਆ ਜਾਂਦਾ ਹੈ, ਚੈਲੰਜਸ ਮਿਲਦੇ ਨੇ, ਉਹਨਾਂ ਨੂੰ ਰਿਸਪੌਂਸਿਬਿਲਿਟੀ ਮਿਲਦੀ ਹੈ। ਠੀਕ ਹੈ, ਇੱਥੇ ਦੇਖੋ, ਇੰਪਲੋਇਡ ਡਿਸਸੈਟਿਸਫਾਈਡ ਐਂਡ ਅਨਮੋਟੀਵੇਟਿਡ। ਠੀਕ ਹੈ, ਹਾਈਜੀਨ ਫੈਕਟਰ ਪਹਿਲਾ ਇੰਪਲੋਏ ਕੀ ਹੈ? ਡਿਸਸੈਟਿਸਫੈਕਸ਼ਨ ਇੰਪਲੋਏ ਦੇ ਵਿੱਚ, ਅਤੇ ਅਨਮੋਟੀਵੇਟਿਡ ਹੈ। ਹਾਈਜੀਨ ਫੈਕਟਰ ਆਇਆ, ਇੰਪਲੋਏ ਨੋਟ ਡਿਸਸੈਟਿਸਫਾਈਡ ਬਟ ਅਨਮੋਟੀਵੇਟਿਡ। ਇੰਪਲੋਏ ਨੋਟ, ਉਹਨਾਂ ਨੂੰ ਕੋਈ ਡਿਸਸੈਟਿਸਫੈਕਸ਼ਨ ਨਹੀਂ ਹੁੰਦੀ ਹਾਈਜੀਨ ਫੈਕਟਰ ਤੋਂ ਬਾਅਦ, ਬਟ ਅਨਮੋਟੀਵੇਟਿਡ, ਹਜੇ ਵੀ ਉਹ ਅਨਮੋਟੀਵੇਟਿਡ ਹੈ। ਫਿਰ ਮੋਟੀਵੇਸ਼ਨਲ ਫੈਕਟਰ ਆਏ, ਇੰਪਲੋਏ ਸੈਟਿਸਫਾਈ ਵੀ ਹੋ ਗਿਆ, ਇੰਪਲੋਏ ਮੋਟੀਵੇਟ ਵੀ ਹੋ ਗਿਆ। ਠੀਕ ਹੈ,
बेस्ड ऑन हर्सबर्ग टू फैक्टर्स थ्योरी मैनेजर शुड इंश्योर दैट देयर आर सफिशिएंट होने ते दस्या होया है कि मैनेजर ਨੂੰ इंश्योर करना चाहिए कि देयर आर सफिशिएंट हाइजीन फैक्टर्स लाइक सैलरी बोनस सिक्योरिटी एक्सेट्रा सिक्योरिटी ऑन द जॉब सो दैट वर्कर्स आर नॉट डिससैटिस्फाइड विद देयर जॉब कि उन्होंने ऐ ना होवे यार ਅਸੀਂ ਐਵੇਂ ਹੀ ਕੰਮ ਕਰੀ ਜਾਂਦੇ ਹਾਂ ਹੈ ਨਾ ਐਨੀ ਫਰਦਰ ਇਨਕਰੀਜ਼ ਇਨ ਹਾਈਜੀਨ ਫੈਕਟਰ ਵਿਲ ਨੋਟ ਇੰਪਰੂਵ देयर परफॉर्मेंस फर्दर फॉर मोटिवेटिंग द एम्प्लॉयज़ जॉब कंटेंट दैट इज़ मोटिवेशनल फैक्टर शुड बी अपग्रेडेड अगर आप फर्दर उन्होंने एक फैक्टर प्रोवाइड करते मोटिवेशनल फैक्टर उन्होंने जॉब के अपग्रेडेशन आता है ठीक है उन्होंने चैलेंजिज रोज़ चैलेंजिज सफिशेंट चैलेंजिज लेने चाहिए ने कि जिहदे नाल वो अपने एबिलिटी इंप्लॉयज़ की एबिलिटी को इनक्रीज़ कर सकन इनहांस कर सकन ठीक है फिर क्रिटिसाइज़म की क्रिटिसाइज़ करती है ये भी थ्योरी एक हर्सबर्ग ने सिर्फ लिमिटेड एक्सपेरीमेंट कवर किया सिर्फ 200 इंप्लॉयज़ कांट रिप्रजेंट द होल नेशन ठीक है नैक्सट वन की है कि ये सिर्फ जॉब एनरिचमेंट ते फोकस किया गया है मतलब आंसर ते किया गया सिर्फ जॉब सैटिस्फैक्शन इज़ ऑल्सो वेरी परटिनेंट जॉब सैटिस्फैक्शन एक बहुत ये भी हाई लैवल ते है एक ऐ नहीं है कि आप छोटे जे लैवल ते कहता कि हाँ जी उसको रिकगनाइजेशन मिल गई चैलेंजेस मिल गई रिस्पॉन्सिबल कि अपनी जॉब सैटिस्फैक्शन मिल गई ये नैक्सट लैवल ते आपां नूं रीड करना पैंदा है इहदे विच ठीक है हुण आपां ने द कैटेगराइजेशन ऑफ डिससैटिस्फायर्स एंड सैटिस्फायर्स नॉट प्रैक्टिकल इट इज़ अ मैटर ऑफ हुण एवें नहीं है कि आप एक प्रैक्टिकल कर लिया कि तुमने मैनू दसता कि मैनू सैलरी तो प्रॉब्लम है मैनू ये तो चीज़ों तो प्रॉब्लम है एक इट्स नॉट अ प्रैक्टिकल इट इज़ अ टर्म ऑफ इंडिविजुअल परसैप्शन मेरा की परसैप्शन है ऑर्गेनाइजेशन को लैके इट डिपेंड्स ऑन इंडिविजुअल टू इंडिविजुअल इट वेरीज टू इंडिविजुअल ओके फैक्टर्स विच आर हाइजीन फॉर सम पीपल मे बी मोटिवेटर फॉर अदर्स कुछ जिदा लिखा होया भी किसी परसन ਲਈ ਜਿਹੜੇ ਹਾਈਜੀਨ है किसी परसनस ਲਈ भी मैनू स्टेटस चाहिए मैनू मेरी पर्सनल लाइफ की नीड्स दीज आर द नीड्स हाइजीन फैक्टर्स आर द नीड्स ऑफ साइकोलॉजिकल नीड्स दीज आर द नीड्स ऑफ साइकोलॉजिकल नीड्स इफ अगर किसी परसन की ये वाली नीड्स फुलफिल हो रही हैं तो उन्होंने यही लग रहा कि मैं मोटिवेट हो रहा हाँ ना डिपेंड करता परसन टू परसन लास्ट पॉइंट है कि दिस थ्योरी मे होल्ड गुड फॉर पीपल वर्किंग एट अ हायर मैनेजरियल लैवल्स इट मे नॉट अप्लाई टू वर्कर एट द ऑपरेटिव लैवल ਜਿਹੜੇ लोग बड़ी पोस्ट पर होंगे ने ना ये उन्होंने ये वाली थ्योरी डिपेंड करती है ਜਿਹੜੇ ऑपरेटिव लैवल पर जिमें वर्कर ਜਿਹੜੇ मतलब काम करते लेमैन हो गए उन्होंने ये ज़्यादा अच्छी नहीं है थ्योरी फिर नैक्सट अपने को मैक्रॉजर्स थ्योरी एक्स एंड थ्योरी वाई कुछ इन्हें की किया गया है कि दो डिस्टिंक्ट व्यूज़ होंगे ने ह्यूमन बीइंग्स के दोनों ही ओपोजिट एक्सट्रीम्स ते ने ठीक है एजम्पशन किया गया है थ्योरी एक्स मतलब रोंग इतों ही तुसी याद रखियो कि थ्योरी एक्स मतलब भी रोंग बिहेवियर वो परसन का थ्योरी वाई मतलब यस ये बिहेवियर होना चाहिए ठीक है इन्हें कहा गया कि उन्होंने जोड़े मैनेजर्स ने उन्होंने इन्ना सफिशेंट होना चाहिए कि वो दोनों थ्योरी एक्स ते थ्योरी वाई के परसनस को प्रॉपरली मैनेज कर सकन ठीक है वट इज़ थ्योरी एक्स का मतलब सारे रोंग बिहेवियर कि एवरेज बहुत ह्यूमन बीइंग्स इदा होंगे ने वो अपने काम को डिसलाइक करते हैं अगर उन्होंने कोई काम दे देंगे वो अवॉइड करने की कोशिश करते हैं भी जब भी उन्होंने मौका मिले वो सिर्फ लेजी पीपल है ना लथार्जिक उन्होंने हमेशा लथार्जिक एटीट्यूड होंगे टूवर्ड्स देयर वर्क ठीक है उन्होंने काम करना पसंद नहीं वो सिंपल अपनी जॉब अगर सपोज 9:30 उन्होंने टाइमिंग है तो दे वेट फॉर द 4:30 वैन द बैल रिंग्स फॉर द 4:30 दे गो टू देयर होम ठीक है ये उन्होंने बेसिक परसपैक्टिव होंगे लाइफ का ठीक है उन्होंने ये जोड़े इंप्लॉयज़ होंगे ने लेजी होंगे ने इन्हों कंट्रोल करना चाहिए कॉस्ट मतलब की होंगे इन्हों फटकार देना चाहिए इन्हों मतलब बन के रखना चाहिए थ्रैटन इन्होंने डराना चाहिए कि पनिशमेंट अगर तुम गोल नहीं अचीव करोगे तो थोड़ा पनिशमेंट मिलेगी इन्हों का एक अलग तरीका अपनाना चाहिए वही है ना लातों के बूत बातों से नहीं मानते वो वाला हिसाब है इन्हों का ठीक है एवरेज इंप्लॉयज़ विल ट्राई टू अवॉइड रिस्पॉन्सिबिलिटी एंड सीक फॉर्मल डायरैक्शंस वैन एवर पॉसिबल बिकॉज दे हैव रिलेटिवली लिटल एंबीशन ठीक है एंबीशन मतलब उन्होंने कोई फ्यूचर के गोल नहीं होंगे कि असी हाँ जी असी क्लर्क की पोस्ट पर असी मैनेजर की पोस्ट पर जाना है दे आर हैप्पी विद देयर क्लर्क जॉब वो अवॉइड करते हैं रिस्पॉन्सिबिलिटीज़ अगर उन्होंने कोई फॉर्मल डायरैक्शंस अगों ऑर्डर आते हैं वो भी मतलब अवॉइड करने की ही कोशिश करते हैं वो अपने इंडिविजुअल गोल्स करते हैं भी सानू सैलरी प्रॉपर मिल रही है इट्स ओके ठीक है वो ऑर्गेनाइजेशन गोल वाल नहीं जाते ठीक है पीपल वॉन्टिंग टू स्टेबल कंडीशन एंड दे रेजिस्ट चेंज हूँ उन्होंने की होंगे भी अगर कोई इन्वायरमेंट के चेंज आता है तो वो
ਉਹਨਾਂ ਨੂੰ ਆਉਂਦਾ ਵੀ ਅਸੀਂ ਆਪਣੀ ਜੋਬ ਖੋਦਾਂਗੇ। ਅਤੇ ਜਿਵੇਂ ਟਰਡੀਸ਼ਨਲੀ ਉਹ ਕੰਮ ਕਰਦੇ ਆ ਰਹੇ ਨੇ ਉਹ ਉਵੇਂ ਹੀ ਕੰਮ ਕਰਨਾ ਪਸੰਦ ਕਰਦੇ ਨੇ। ਜਿੱਦਾਂ ਸਪੋਜ਼ ਐਗਜ਼ਾਮਪਲ ਹੈ ਕਿ ਹੁਣ ਅੱਜ ਆਪਾਂ ਅਕਾਊਂਟਸ ਆਪਾਂ ਕੰਪਿਊਟਰ 'ਤੇ ਆਪਾਂ ਕਰ ਸਕਦੇ ਹਾਂ ਕਿ ਅਕਾਊਂਟਸ ਵਰਕ ਆਪਾਂ ਟੈਲੀ ਦੇ ਥਰੂ ਕਰ ਸਕਦੇ ਹਾਂ, ਬਟ ਉਹ ਫਿਰ ਵੀ ਕੀ ਕਰਨ ਕਿ ਮੈਂ ਤਾਂ ਕਾਪੀ 'ਤੇ ਹੀ ਅਕਾਊਂਟ ਬਣਾਊਂਗਾ। ਦੈਟ ਇਜ਼ ਦੇ ਰੈਜ਼ਿਸਟ ਚੇਂਜਿਸ। ਓਕੇ, ਦੇਅਰ ਲੋਅਰ ਆਰਡਰ ਨੀਡਸ ਆਰ ਸਟਰੋਂਗਰ ਦੈਨ ਦਾ ਹਾਇਰ ਆਰਡਰ ਨੀਡਸ। ਉਹਨਾਂ ਨੂੰ ਇਹ ਹੁੰਦਾ ਵੀ ਸਾਡੀ ਬੇਸਿਕ ਨੀਡਸ ਫੁਲਫਿਲ ਹੋ ਰਹੀ ਹੈ, ਇਟ ਵਿਲ ਬੀ ਓਕੇ ਫॉर them। ਮੈਨੇਜਮੈਂਟ ਇਜ਼ ਰਿਸਪੋਂਸਿਬਲ ਫॉर ਆਰਗੇਨਾਈਜ਼ਿੰਗ ਪੀਪਲ। ਹੁਣ ਮੈਨੇਜਮੈਂਟ ਦਾ ਇੱਥੇ ਰੋਲ ਹੁੰਦਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਆਰਗੇਨਾਈਜ਼ ਕਰਨਾ, ਉਹਨਾਂ 'ਤੇ ਐਫਰਟ ਲਗਾਉਣਾ, ਉਹਨਾਂ ਨੂੰ ਮੋਟੀਵੇਟ ਕਰਨਾ, ਉਹਨਾਂ 'ਤੇ ਕੰਟਰੋਲ ਰੱਖਣਾ। ਠੀਕ ਹੈ, ਇਹ ਵਾਲੇ ਲੋਕ ਜਿਹੜੇ ਹੁੰਦੇ ਨੇ ਅਗਰ ਇਹਨਾਂ ਨੂੰ ਰਿਵਾਰਡ ਦਿਓ, ਪਨਿਸ਼ਮੈਂਟ ਦਿਓ, ਕੋਰਸ ਦਿਨ ਮਤਲਬ ਇਹਨਾਂ ਨੂੰ ਫਟਕਾਰ ਦਿਓ, ਤੁਸੀਂ ਮਤਲਬ ਬੰਨ੍ਹ ਕੇ ਰੱਖੋ, ਇਹ ਲੋਕ ਉਵੇਂ ਮੰਨਦੇ ਨੇ। ਠੀਕ ਹੈ, ਫਿਰ ਨੈਕਸਟ ਹੈ ਥਿਊਰੀ ਵਾਈ। ਅਗਰ ਤੁਹਾਨੂੰ ਥਿਊਰੀ ਵਾਈ ਨਹੀਂ ਵੀ ਯਾਦ ਰਹਿੰਦੀ ਨਾ, ਥਿਊਰੀ ਐਕਸ ਦਾ ਤੁਸੀਂ ਓਪੋਜ਼ਿਟ ਲਿਖ ਸਕਦੇ ਹੋ ਕਿ ਓਪੋਜ਼ਿਟ ਹੈ ਸਾਰੀ ਥਿਊਰੀ ਵਾਈ। ਤਾਂ ਫਸਟ ਪੁਆਇੰਟ ਕੀ ਹੈ? ਠੀਕ ਹੈ, ਦ ਐਵਰੇਜ ਹਿਊਮਨ ਬੀਂਗਸ ਡਜ਼ ਨਾਟ ਇਨਹੈਰੈਂਟਲੀ ਡਿਸਲਾਈਕ ਵਰਕ। ਇਹਨਾਂ ਨੂੰ ਆਪਣਾ ਕੰਮ ਕਰਨਾ ਐਵੇਂ ਨਹੀਂ ਹੁੰਦਾ ਕਿ ਇਹਨਾਂ ਨੂੰ ਪਸੰਦ ਨਹੀਂ, ਇਹ ਆਪਣਾ ਕੰਮ ਬਹੁਤ ਖੁਸ਼ੀ ਕਰਦੇ ਨੇ। ਇਹ ਐਵੇਂ ਕੰਮ ਕਰਦੇ ਨੇ ਵੀ ਜਿਵੇਂ ਅਸੀਂ ਕੁਛ ਆਪਣਾ ਕੰਮ ਮਤਲਬ ਖੇਲ ਰਹੇ ਹੋਈਏ, ਇੰਜੋਏ ਕਰਕੇ, ਹੈ ਨਾ, ਉਵੇਂ ਕੰਮ ਕਰਦੇ ਨੇ। Employees will exercise self-direction and self-control in the attainment of the objectives to which they are committed। self-control ਹੁੰਦਾ ਹੈ, ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਖੁਦ ਕੰਮ ਕਰੀਏ। ਛੋਟੇ ਬੱਚੇ ਨੂੰ ਤਾਂ ਜਿਵੇਂ ਐਗਜ਼ਾਮਪਲ ਆਪਾਂ ਛੋਟੇ ਬੱਚੇ ਨੂੰ 3rd 4th 2nd ਸਟੈਂਡਰਡ ਦਾ ਬੱਚਾ, ਉਹਨੂੰ ਆਪਾਂ ਕਹਿੰਦੇ ਹਾਂ ਪੜ੍ਹ ਲਓ। ਹੁਣ ਆਪਾਂ ਇੰਨੇ ਮੈਚੋਰ ਹੋ ਚੁੱਕੇ ਆਪਾਂ, ਬੀਕਾਮ 2nd ਈਅਰ, ਬੀਕਾਮ ਫਾਈਨਲ ਈਅਰ, ਆਪਾਂ ਨੂੰ ਕੋਈ ਨਹੀਂ ਕਹਿੰਦਾ ਕਿ ਪੜ੍ਹ ਲਓ। ਇਹ ਆਪਣੇ ਖੁਦ ਦੇ ਦਿਮਾਗ ਦੇ ਵਿੱਚ ਹੁੰਦਾ ਆਪਾਂ ਨੇ ਪੜ੍ਹਨਾ। ਤਾਂ ਆਪਾਂ ਸੈਲਫ ਡਾਇਰੈਕਟ ਆ, ਸੈਲਫ ਕੰਟਰੋਲਡ ਆ, है ना। गिवन प्रॉपर वर्किंग कंडीशन एवरेज पर्सन कैन लर्न टू एक्सैप्ट एंड इवन टू सीक रिस्पॉन्सिबिलिटी। अगर उसमें प्रॉपर कंडीशनस मिलनगियाँ तो वो एक्सैप्ट भी करेगा न्यू चैलेंज, तो अपनी रिस्पॉन्सिबिलिटी भी बखूबी निभाएगा। कमिटमेंट टू ऑब्जेक्टिव इज अ फंक्शन ऑफ द रिवॉर्ड्स एसोसिएटेड विद देयर अचीवमेंट। ठीक है, वो अपने फंक्शनस नू एज अ रिवॉर्ड की तरह अचीव करेगा। नेक्स्ट की है, people are not resistant to change, rather they creatively solve problem in dynamic environment। ਹੁਣ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਪਸੰਦ ਨਹੀਂ ਕਿ ਚੇਂਜਸ ਲੈ ਕੇ ਆਓ, ਬਲਕਿ ਉਹ ਖੁਦ ਆਪਣੀ ਪ੍ਰੋਬਲਮਸ ਨੂੰ ਡਾਇਨਾਮਿਕ ਇਨਵਾਇਰਨਮੈਂਟ ਦੇ ਥਰੂ ਆਪਣੇ ਚੇਂਜ ਕਰਦੇ ਹੈ। ਵਰਕਰ ਵਾਂਟ ਟੂ ਸੈਟਿਸਫਾਈ ਦੇ ਹਾਇਰ ਆਰਡਰ ਨੀਡਸ। ਉਹਨਾਂ ਨੂੰ ਇੱਦਾਂ ਹੁੰਦਾ ਕਿ ਅਸੀਂ ਅਗਰ ਕਲਰਕ ਦੀ ਜੋਬ 'ਚ ਦੇ ਵਾਂਟ promotion, they want promoted to higher level position। ਰਿਵੋਰਡਸ ਆਰ ਨੋਨ ਫਾਈਨੈਂਸ਼ੀਅਲ ਇਨ ਨੇਚਰ, ਦੇ ਪ੍ਰਮੋਟ ਰਿਕਗਨਾਈਜੇਸ਼ਨ ਐਂਡ ਅਚੀਵਮੈਂਟ। ਉਹਨਾਂ ਨੂੰ ਇੱਦਾਂ ਹੁੰਦਾ, ਉਹਨਾਂ ਨੂੰ ਇੱਦਾਂ ਨਹੀਂ ਹੁੰਦਾ ਕਿ ਸਾਨੂੰ ਫਾਈਨੈਂਸ਼ੀਅਲ ਬੈਨੀਫਿਟਸ ਮਿਲਣ, ਉਹਨਾਂ ਨੂੰ ਇਹ ਵੀ ਹੁੰਦਾ ਕਿ ਸਾਨੂੰ ਰਿਕਗਨਾਈਜੇਸ਼ਨ ਮਿਲੇ, ਅਚੀਵਮੈਂਟ ਹੋਵੇ ਆਰਗੇਨਾਈਜੇਸ਼ਨ ਗੋਲਸ ਦੀ। ਠੀਕ ਹੈ, ਆਲ ਦ ਪੀਪਲ ਆਰ ਕੈਪੇਬਲ ਆਫ ਮੇਕਿੰਗ ਇਨੋਵੇਟਿਵ ਐਂਡ ਕ੍ਰੀਏਟਿਵ ਡਿਸੀਜ਼ਨਸ ਐਂਡ ਦ ਡਿਸੀਜ਼ਨ ਮੇਕਿੰਗ ਇਜ਼ ਨਾਟ ਦ ਸੋਲ ਪ੍ਰੋਵਿੰਸ ਆਫ ਦ ਪੀਪਲ ਇਨ ਦ ਮੈਨੇਜਮੈਂਟ ਪੋਜੀਸ਼ਨ। ਉਹਨਾਂ ਨੂੰ ਹਰ ਕੋਈ ਇਨੋਵੇਟਿਵ ਡਿਸੀਜ਼ਨ ਲੈਂਦਾ, ਕ੍ਰੀਏਟਿਵ ਡਿਸੀਜ਼ਨ ਲੈਂਦਾ ਕਿ ਅਸੀਂ ਆਪਣੇ ਆਰਗੇਨਾਈਜੇਸ਼ਨ ਦੇ ਗੋਲ ਨੂੰ ਕਿਵੇਂ ਕ੍ਰੀਏਟਿਵਲੀ ਅਚੀਵ ਕਰ ਸਕਦੇ ਹਾਂ। This theory has assumed a new approach in management. It emphasizes in cooperation between management and the employees। अगर good cooperation होगी तो ये work भी बहुत अच्छे तरीके नाल होएगा। अगर उन्होंने proper working conditions, they have mentioned that if they get proper working conditions, the individual and organization goal do not conflict in this approach। ਇਹਦੇ ਵਿੱਚ individual goal भी fulfill होएगा, organization goal भी achieve होएगा। This theory places greater emphasis on satisfaction of higher level needs of the people। Matt Georger himself holds that the assumption of theory Y are more valid than the theory X। Thus delegation of authority, job enlargement, management by objective, MBO and participative management techniques are great motivators for the employee। ये कुछ techniques ने जिहदे नाल अपना employee बहुत motivate हुंदा है। On applicability of theory X and theory Y, sometimes the person is of theory X and the person is of theory Y। we can't rely on one theory। ਇਫ ਹੈ ਨਾ, ਆਪਾਂ ਵੀ ਮਿਕਸਚਰ ਆ। ਕਈ ਵਾਰ ਆਪਣਾ ਕੰਮ ਕਰਨ ਦਾ ਮਨ ਕਰਦਾ, ਕਈ ਵਾਰ ਆਪਣਾ ਕੰਮ ਨਹੀਂ ਕੰਮ ਕਰਨ ਦਾ ਮਨ ਕਰਦਾ। ਅਗਰ ਆਪਾਂ ਨੂੰ ਪ੍ਰੋਪਰ ਕੰਡੀਸ਼ਨਸ ਮਿਲਣਗੇ ਤਾਂ ਆਪਾਂ ਕਿਉਂ ਨਹੀਂ ਕੰਮ ਕਰਾਂਗੇ। ਅਤੇ ਕੌਨਫਲਿਕਟ ਆਇਆ ਹੋਇਆ, ਠੀਕ ਹੈ, ਕਿ ਦੋ ਨੋ ਜਨਰਲਾਈਜੇਸ਼ਨਸ ਕੈਨ ਬੀ ਮੇਡ, ਸਟਿਲ ਇਟ ਅਪੀਅਰਸ ਦੈਟ ਥਿਊਰੀ ਐਕਸ ਇਜ਼ ਮੋਰ ਐਪਲੀਕੇਬਲ ਟੂ। ਹੁਣ ਆਪਾਂ ਕਈ ਵਾਰ ਆਪਾਂ ਦੇਖਦੇ ਹਾਂ ਕਿ ਆਪਾਂ ਕੁਛ ਇਹ ਆਪਾਂ ਕਰ ਸਕਦੇ ਹਾਂ, ਸੋਚ ਸਕਦੇ ਹਾਂ ਕਿ ਜਿਹੜੀ ਥਿਊਰੀ ਐਕਸ ਹੈ ਉਹ ਜਿਹੜੇ ਅਨਪੜ੍ਹ ਲੋਕ ਹੁੰਦੇ ਨੇ, ਅਨਐਜੂਕੇਟਿਡ ਲੋਕ ਹੁੰਦੇ ਜਿਨ੍ਹਾਂ ਵਿੱਚ ਨੌਲੇਜ ਨਹੀਂ ਹੁੰਦੀ, ਹੈ ਨਾ, ਉਹ ਉਹਨਾਂ ਦੀ ਸਿਰਫ ਉਹਨਾਂ ਨੂੰ ਇਹ ਹੁੰਦਾ ਵੀ ਸਾਡੀ ਰੋਟੀ ਪਾਣੀ ਖਾਣਾ ਮਿਲ ਰਿਹਾ, ਇਟਸ ਓਕੇ ਫੋਰ ਦੈਮ। ਥਿਊਰੀ ਵਾਈ ਕੀ ਹੁੰਦਾ? ਐਜੂਕੇਟਿਡ ਲੋਕ, ਸਕਿਲਡ ਪ੍ਰੋਫੈਸ਼ਨਲ ਇੰਪਲੋਇਜ਼, ਜਿਨ੍ਹਾਂ ਨੂੰ ਹੁੰਦਾ ਵੀ ਸਾਡੀ ਰਿਸਪੋਂਸੀਬਿਲਿਟੀ, ਅਸੀਂ ਕਿਵੇਂ ਆਪਣੇ ਆਪ ਨੂੰ ਡਾਇਰੈਕਟ ਕਰਨਾ, ਕਿਵੇਂ ਕੰਟਰੋਲ ਕਰਨਾ। ਠੀਕ ਹੈ,
ਆਪਾਂ ਇਹ ਵੀ ਐਕਸਪੈਕਟੇਸ਼ਨਸ ਰੱਖ ਸਕਦੇ ਹਾਂ। ਕਈ ਵਾਰ ਕੀ ਹੁੰਦਾ ਵੀ ਲੋਅਰ ਲੈਵਲ ਦੇ ਇੰਪਲੋਏ ਦੇ ਵਿੱਚ ਜ਼ਿਆਦਾ ਉਤਸੁਕਤਾ ਹੁੰਦੀ ਹੈ ਕਿ ਮੈਨੇ ਆਪਣੀ ਮਤਲਬ ਵੀ ਅਚੀਵ ਕਰਨਾ ਕੋਈ ਗੋਲ, ਰਾਦਰ ਦੈਨ ਕਈ ਵਾਰ ਛੋਟੇ ਲੋਕ ਮਤਲਬ ਬੜੇ ਲੋਕਾਂ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। ਠੀਕ ਹੈ, ਹੁਣ ਨੈਕਸਟ ਦੇਖੋ ਆਪਣੇ ਇਹਦੇ ਵਿੱਚ ਡਿਫਰੈਂਸ਼ੀਏਸ਼ਨ ਦਿੱਤਾ ਹੋਇਆ। ਐਟੀਟਿਊਡ ਕੀ ਹੁੰਦਾ, ਉਹ ਵਰਕ ਨੂੰ ਬੋਰਿੰਗ ਸਮਝਦੇ ਨੇ, ਇਹ ਵਰਕ ਨੂੰ ਇੰਟਰਸਟ ਲੈ ਕੇ ਕੰਮ ਕਰਦੇ ਨੇ। ਡਾਇਰੈਕਸ਼ਨ ਕੀ ਹੈ, ਇਹਨਾਂ ਨੂੰ ਫੋਰਸ ਕੀਤਾ ਜਾਂਦਾ ਤੁਸੀਂ ਕੰਮ ਕਰੋ, ਇਹ ਖੁਦ ਸੈਲਫ ਡਾਇਰੈਕਟਿਡ ਹੁੰਦੇ ਨੇ। ਰਿਸਪੋਂਸਿਬਿਲਿਟੀ, ਇਹ ਰਿਸਪੋਂਸਿਬਿਲਿਟੀ ਨੂੰ ਅਵੋਇਡ ਕਰਦੇ ਨੇ। ਇਹਨਾਂ ਨੂੰ ਐਂ ਹੁੰਦਾ ਵੀ ਸਾਨੂੰ ਮੋਰ ਟੂ ਮੋਰ ਰਿਸਪੋਂਸਿਬਿਲਿਟੀ ਸਾਨੂੰ ਦਿੱਤੀ ਜਾਵੇ। ਮੋਟੀਵੇਸ਼ਨ, ਇਹਨਾਂ ਨੂੰ ਮਨੀ ਅਤੇ ਫ੍ਰਿੰਜ ਬੈਨੀਫਿਟਸ ਆਰ ਮੇਨ ਮੋਟੀਵੇਟਰਸ, ਇਹਨਾਂ ਨੂੰ ਦਿੱਤੇ ਜਾਂਦੇ ਨੇ। ਹਾਂਜੀ ਤੁਸੀਂ ਸੈਲਰੀ ਲੈ ਲਓ, ਤੁਹਾਨੂੰ ਇਹ ਅਪਲਾਇੰਸ ਦਿੱਤਾ, ਇਹ ਵਾਲਾ ਟਰਾਂਸਪੋਰਟ ਅਪਲਾਇੰਸ, ਹੋਮ ਅਪਲਾਇੰਸ, ਇਹ ਚੀਜ਼ਾਂ। ਰਿਕੋਗਨਾਈਜੇਸ਼ਨ ਐਂਡ ਸੈਲਫ ਡਿਵੈਲਪਮੈਂਟ ਆਰ ਮੇਨ ਮੋਟੀਵੇਟਰਸ, ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਰਿਕੋਗਨਾਈਜ਼ ਹੋਈਏ, ਸਾਡੀ ਖੁਦ ਦੀ ਡਿਵੈਲਪਮੈਂਟ ਵੀ ਹੋਵੇ। ਇਹ ਇਹਨਾਂ 'ਚ ਕੋਈ ਕ੍ਰੀਏਟਿਵਿਟੀ ਨਹੀਂ ਹੁੰਦੀ, ਇਹ ਹਾਈਲੀ ਕ੍ਰੀਏਟਿਵਿਟੀ ਹੁੰਦੇ ਨੇ। ਅਥੋਰਿਟੀ, ਇਹਨਾਂ ਦੀ ਅਥੋਰਿਟੀ ਸੈਂਟਰਲਾਈਜ਼ ਐਂਡ ਮੂਵਸ ਇਨ ਹਾਇਰਾਰਕੀ, ਇਹਦੇ ਵਿੱਚ ਡੀਸੈਂਟਰਲਾਈਜੇਸ਼ਨ ਹੁੰਦੀ ਹੈ ਵੀ ਖੁਦ ਡਿਸੀਜ਼ਨ ਮੇਕਿੰਗ 'ਚ ਵਿੱਚ ਵੀ ਪਾਰਟੀਸਿਪੇਟ ਕਰਦੇ। ਲੀਡਰਸ਼ਿਪ ਆਟੋ ਕਰੈਕਟਿਵ ਇਨ ਨੇਚਰ, ਇਹਨਾਂ ਵਿੱਚ ਕੀ ਹੁੰਦਾ ਕਿ ਮਤਲਬ ਇਹ ਖੁਦ ਦਾ ਆਪਣਾ ਚਲਾਉਣਾ ਚਾਹੁੰਦੇ ਹੁੰਦੇ। ਇਹਦੇ ਵਿੱਚ ਕਹਿੰਦਾ ਡੈਮੋਕ੍ਰੇਟਿਵ, ਸਭ ਦਾ ਇੱਕ ਆਪਣਾ ਆਪਣਾ ਹੱਥ ਹੁੰਦਾ। ਠੀਕ ਹੈ, ਨੈਕਸਟ ਆਪਾਂ ਥਿਊਰੀ ਜ਼ੈਡ ਕੱਲ੍ਹ ਦੀ ਕਲਾਸ ਦੇ ਵਿੱਚ ਕੰਟੀਨਿਊ ਕਰਦੇ ਹਾਂ।